नैन महिंजे तरस दे, कद पसी दीदार। होवै सिफत खसम दी, नूर अरसाहों कुरसाहों चट्टीऐ। तुद डिठे सच्चे पातशाह, मल जन्म जन्म दी कट्टीऐ। तुद डिठे सच्चे पातशाह, मल जन्म जन्म दी कट्टीऐ। सतनाम वाहिगुरु साहिब जी। गुर की सेव ना जाने कोई, गुर पार ब्रह्म अगोचर सोई। जिसनो लाए लय सो सेवक, जैस बड़ भाग मथाए ना। गुर की सेव ना जाने कोई। वाहिगुरु जी का खालसा, वाहिगुरु जी की फतेह। जुगो जुग अटल, चवर छतर तख्त दे मालिक। धन धन श्री गुरु ग्रंथ साहिब, सच्चे पातशाह जियां दी अपार बख्शिश कृपा हो रही है। जो लड़ीवार तुर की बाणी दी कथा आरंभ है, उस दा समा होया है। अमृत वेले तो सतगुरां दे पावन और पवित्र दरबार दियां हाजरियां गुरसिख माई भाई पर रहे हैं। महाराज जियां दे दर्शन दीदार नितनेम दियां बाणियां आप संगतां ने सरवण कीतियां हन। दीन दुनिया दे मालक श्री गुरु ग्रंथ साहिब सच्चे पातशाह श्री गुरु अर्जन देव महाराज जिवें सानू उपदेश बख्शिश कर रहे ने, आओ लड़ीवार कथा सुनना करिए, रसना नू करिए पवित्र। आखो जी सतनाम वाहिगुरु साहिब जी। सतनाम वाहिगुरु साहिब जी। गुर की सेव ना जाने कोई। ये बाणी श्री गुरु अर्जन देव महाराज जी की उच्चारण की हुई है। जिस शब्द दे 16 बंद हैं, 8 बंदां दी कल विचार हो चुकी है। गरीब निवाज कृपा करते ने कि गुरु की जिहड़ी सेवा है ये बहुत वड्डी है। ना जाने कोई, इस बारे हरेक नहीं जान सकता कि सेवा कितनी महान है।
ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਨੰਦ ਲਾਲ ਇੱਕ ਮਹਾਨ ਵਿਦਵਾਨ ਸਨ। ਕਲਗੀਧਰ ਮਹਾਰਾਜ ਦੇ ਚਰਨਾਂ ਵਿੱਚ ਰਹਿ ਤੇ ਆਵਾਜ਼ ਮਾਰੀ ਹੈ, ਭਾਈ ਆਲਮ ਸਿਆਂ, ਭਾਈ ਆਲਮ ਸਿਆਂ ਜਲ ਲਿਆ, ਜਲ ਛਕਣਾ ਹੈ। ਭਾਈ ਆਲਮ ਸਿੰਘ ਦੂਰ ਸਨ। ਇੱਕ ਨੌਜਵਾਨ ਹੋਣਹਾਰ ਲੜਕਾ ਖਲੋਤਾ ਹੈ। ਕਹਿਣ ਲੱਗਾ, ਅੱਜ ਕਰਮਾਂ ਵਾਲਾ ਦਿਨ ਹੈ। ਉਸਨੇ ਮਹਾਰਾਜ ਜੀਆਂ ਵਾਸਤੇ ਜਲ ਲੈ ਕੇ ਆਂਦਾ ਹੈ। ਮਹਾਰਾਜ ਜੀਆਂ ਨੇ ਵੇਖੇ ਨੇ, ਹੱਥ ਬੜੇ ਕੋਮਲ ਨੇ, ਪਾਣੀ ਰੋੜ ਦਿੱਤਾ ਹੈ। ਨਾਲ ਬਚਨ ਕਹੇ ਨੇ ਕਿ ਮੁਰਦੇ ਦਾ ਹੱਥ ਲੱਗਾ ਹੈ, ਪਾਣੀ ਅਪਵਿੱਤਰ ਹੋ ਚੁੱਕਾ ਹੈ। ਉਸਨੇ ਹੱਥ ਜੋੜ ਲਏ, ਮਹਾਰਾਜ ਮੈਂ ਤੇ ਜਿਉਂਦਾ ਹਾਂ। ਮਹਾਰਾਜ ਸਾਹਿਬ ਕਹਿਣ ਲੱਗੇ, ਭਾਈ ਸੇਵਾ ਤੋਂ ਬਿਨਾਂ ਮਨੁੱਖ ਮੁਰਦਿਆਂ ਦੇ ਤੁੱਲ ਹੈ। ਉੱਥੇ ਫਿਰ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਸੁਣ ਸਿੱਖਾ ਗੁਰਮਤ ਇਹ ਸਾਰ, ਸਤ ਸੰਗਤ ਕੀ ਸੇਵ ਉਦਾਰ। ਹਾਥ ਪਵਿੱਤਰ ਟਹਿਲ ਤੇ ਜਾਨੋ, ਪਦ ਪਵਿੱਤਰ ਗੁਰਦਰਸ਼ ਪਿਆਨੋ। ਬਿਨਾ ਸੇਵ ਸਤ ਸੰਗਤ ਕੇਰੀ, ਦੇਹ ਅਪਾਵਨ ਹੈ ਤਿਮ ਨਰ ਕੇਰੀ। ਸਭ ਤੋਂ ਵੱਡੀ ਹੈ ਗੁਰੂ ਕੀ ਸੰਗਤ। ਤੇਰੇ ਹੱਥ ਤਾਂ ਸਫਲ ਹੋਣਗੇ ਜੇ ਤੂੰ ਇਨ੍ਹਾਂ ਹੱਥਾਂ ਦੇ ਨਾਲ ਗੁਰੂ ਦੀ ਸੇਵਾ ਕਰੇਗਾ। ਫਿਰ ਮਹਾਰਾਜ ਸਾਹਿਬ ਕਹਿੰਦੇ, ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੇ ਹੋ ਨਾ ਕੋਏ ਜੀ। ਹਰ ਕੀ ਸੇਵਾ ਤੇ ਮਨਹੁ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਜਿਸਕੈ ਮਸਤਕ ਭਾਗ ਸੇ ਸੇਵਾ ਲਾਇਆ। ਜਿਹਦੇ ਮੱਥੇ ਦੇ ਭਾਗ ਚੰਗੇ ਨੇ, ਸ੍ਰੇਸ਼ਟ ਨੇ, ਉਹ ਆਪਣੇ ਗੁਰੂ ਦੀ ਸੇਵਾ ਕਰਦਾ ਹੈ। ਚਾਰ ਪਦਾਰਥ ਹਰ ਕੀ ਸੇਵਾ। ਮਾਲਕ ਦੀ ਸੇਵਾ ਕਰਕੇ ਚਾਰ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹ ਚਾਰ ਪਦਾਰਥ ਕਿਹੜੇ ਨੇ? ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੈ ਚਿਤ ਲਾਏ। ਮਨ ਚਿੰਦਿਆ ਫਲ ਪਾਵਨੇ, ਪਾਵਨਾ ਹਉਮੈ ਵਿੱਚ ਹੋ ਜਾਏ। ਐਸੀ ਮਹਾਨ ਸੇਵਾ ਹੈ। ਜਿਹੜਾ ਵੀ ਗੁਰਸਿੱਖ ਮਾਈ ਭਾਈ ਸ਼ਰਧਾ ਦੇ ਸਹਿਤ ਹੋ ਕੇ ਸੇਵਾ ਕਰਦਾ ਹੈ, ਉਸ ਨੂੰ ਦੁਨੀਆ ਦੇ ਸਾਰੇ ਸੁੱਖ ਜਿਹੜੇ ਨੇ ਮਿਲ ਜਾਂਦੇ ਨੇ। ਗੁਰੂ ਕੇ ਸਿੱਖ ਦੀ ਇੱਕ ਬੇਨਤੀ ਹੈ ਕਿ ਮਹਾਰਾਜ ਮੇਰੇ ਤੇ ਕਿਰਪਾ ਕਰ ਦਿਓ। ਟਹਿਲ ਸੰਤਨ ਕੀ ਸੰਗ ਸਾਧੂ ਕਾ, ਹਰ ਨਾਮਾ ਜਪ ਪਰਮ ਗਤੇ। ਮੈਨੂੰ ਆਪਣੇ ਪਿਆਰਿਆਂ ਦੀ ਸੰਗਤ, ਉਹਨਾਂ ਦੀ ਸੇਵਾ, ਜਿਸ ਕਰਕੇ ਪਰਮ ਗਤੇ ਮੇਰੀ ਵੱਡੀ ਮੁਕਤੀ ਹੋ ਜਾਵੇ, ਕਲਿਆਣ ਹੋ ਜਾਵੇ। ਭਾਈ ਸਾਹਿਬ ਭਾਈ ਗੁਰਦਾਸ ਨੂੰ ਪੜ੍ਹੀਏ। ਭਾਈ ਗੁਰਦਾਸ ਕਹਿੰਦੇ, ਜਿਹੜੇ ਜੀਵ ਇੱਕ ਮਾਲਕ ਦੀ ਸੇਵਾ ਛੱਡ ਦਿੰਦੇ ਨੇ, ਹੋਰਾਂ ਦੀ ਸੇਵਾ ਵਿੱਚ ਜੁੜ ਜਾਂਦੇ ਨੇ, ਉਪਾਸਨਾ ਅੰਦਰ ਜੁੜ ਜਾਂਦੇ ਨੇ। ਭਾਈ ਗੁਰਦਾਸ ਨੇ ਬੜੀਆਂ ਉਦਾਹਰਨਾਂ ਦਿੱਤੀਆਂ ਨੇ।
ਸੀਸੇ ਦੋ ਨੇ, ਮਨੁੱਖ ਇੱਕ ਹੈ। ਉਹਨਾਂ ਸੀਸਿਆਂ ਦੇ ਅੰਦਰ ਅਨੇਕਾਂ ਮਨੁੱਖ ਦੇ ਲਿਬਾਸ ਵੇਖਣ ਅੰਦਰ ਨਜ਼ਰ ਆਉਂਦੇ ਨੇ। ਦੂਸਰੀ ਉਦਾਹਰਨ, ਮਨੁੱਖ ਇੱਕ ਹੈ, ਬੇੜੀਆਂ ਦੋ ਨੇ, ਕਿਸ਼ਤੀਆਂ ਦੋ ਨੇ। ਤੇ ਭਾਈ ਸਾਹਿਬ ਕਹਿੰਦੇ ਇੱਕ ਮਨੁੱਖ ਦੋ ਬੇੜੀਆਂ ਤੇ ਪੈਰ ਰੱਖੇਗਾ, ਕਦੀ ਪਾਰ ਨਹੀਂ ਹੋਵੇਗਾ। ਤੀਸਰੀ ਉਦਾਹਰਨ, ਮਨੁੱਖ ਇੱਕ ਹੈ, ਕੋਈ ਸੱਜੀ ਬਾਂਹ ਤੋਂ ਖਿੱਚਦਾ ਹੈ, ਕੋਈ ਖੱਬੀ ਬਾਂਹ ਤੋਂ ਖਿੱਚਦਾ ਹੈ। ਉਹਦੇ ਸਰੀਰ ਦੇ ਅੰਗ ਜਿਹੜੇ ਨੇ ਟੁੱਟ ਜਾਂਦੇ ਨੇ। ਚੌਥੀ ਉਦਾਹਰਨ, ਕਿ ਇੱਕ ਚੁਰਸਤਾ ਹੈ ਤੇ ਚੁਰਸਤੇ ਤੋਂ ਬੜੇ ਰਾਹ ਨਿਕਲਦੇ ਨੇ ਤੇ ਮਨੁੱਖ ਭੁੱਲ ਕਰਕੇ ਦੂਸਰੇ ਰਾਹ ਤੇ ਪੈ ਜਾਂਦਾ ਹੈ। ਭਾਈ ਗੁਰਦਾਸ ਦੀ ਪੰਜਵੀਂ ਉਦਾਹਰਨ, ਜਿਸ ਤਰ੍ਹਾਂ ਦੋ ਰਾਜੇ ਹੋਣ, ਉੱਥੋਂ ਦੀ ਪ੍ਰਜਾ, ਉੱਥੋਂ ਦੇ ਲੋਕ ਕਦੀ ਸੁਖੀ ਨਹੀਂ ਰਹਿ ਸਕਦੇ। ਮਨੁੱਖ ਇੱਕ ਹੈ, ਉਹਦੀਆਂ ਇਸਤਰੀਆਂ ਦੋ ਨੇ, ਉਹ ਕਦੀ ਵੀ ਪ੍ਰਤੀਬਰਤਾ ਨਹੀਂ ਰਹਿ ਸਕਦੀਆਂ। ਤੇ ਭਾਈ ਗੁਰਦਾਸ ਲਿਖਦੇ ਨੇ, ਦੋਏ ਦਰਪਨ ਦੇਖੈ ਏਕ ਸੈ ਅਨੇਕ ਰੂਪ, ਦੋਏ ਨਾ ਪਾਵ ਤਰੈ ਪਹੁੰਚ ਹੈ ਨਾ ਪਾਰ ਹੈ। ਦੋਏ ਦਿਸ਼ਾ ਗਹੇ ਗਹਾਏ ਸੇ ਹਾਥ ਪਾਉ ਟੁਟੈ, ਦੁਰਾਹੇ ਦੋ ਚਿਤ ਹੋਏ ਭੂਲ ਪਗ ਤਾਰ ਹੈ। ਦੋਏ ਪੂਪ ਤਾਕੋ ਗਾਓ ਪ੍ਰਜਾ ਨਾ ਸੁਖੀ ਹੋਤ, ਦੋਏ ਪੁਰਖਨ ਕੀ ਨਾ ਕੁਲਾ ਬਧੂ ਨਾਰ ਹੈ। ਫਿਰ ਭਾਈ ਸਾਹਿਬ ਲਿਖਦੇ ਨੇ, ਗੁਰਸਿੱਖ ਹੋਏ ਆਨ ਦੇਵ ਸੇਵ ਟੇਵ ਗਹਿ, ਸਹਿ ਜਮ ਡੰਡ ਤ੍ਰਿਗ ਜੀਵਨ ਸੰਸਾਰ ਹੈ। ਗੁਰੂ ਕਾ ਸਿੱਖ ਹੋ ਕੇ ਹੋਰਾਂ ਦੀ ਸੇਵਾ ਕਰੇ, ਹੋਰਾਂ ਦੀ ਉਪਾਸਨਾ ਕਰੇ, ਐਸੇ ਨੂੰ ਸਿੱਖ ਨੂੰ ਫਿਰ ਜਮਾਂ ਦੀ ਮਾਰ ਪੈਂਦੀ ਹੈ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ, ਗੁਰ ਕੀ ਸੇਵ ਨਾ ਜਾਣੈ ਕੋਈ। ਗੁਰੂ ਦੀ ਸੇਵਾ ਜਿਹੜੀ ਹੈ ਬੜੀ ਮਹਾਨ ਹੈ, ਇਸ ਨੂੰ ਕੋਈ ਵਿਰਲਾ ਹੀ ਜਾਣ ਸਕਦਾ ਹੈ। ਗੁਰ ਪਾਰ ਬ੍ਰਹਮ ਅਗੋਚਰ ਸੋਈ। ਜਿਹੜਾ ਗੁਰੂ ਹੈ ਉਹ ਪਾਰਾਵਾਰ ਦੀ ਪ੍ਰਕਿਰਤੀ ਤੋਂ ਪਰੇ ਹੈ, ਵਿਆਪਕ ਹੈ। ਜਿਹੜਾ ਇੰਦਰੀਆਂ ਕਰਕੇ ਅਗੋਚਰ ਹੈ, ਐਸੇ ਮਾਲਕ ਦੀ ਸੇਵਾ ਨੂੰ ਕੋਈ ਵਿਰਲਾ ਹੀ ਜਾਣਦਾ ਹੈ। ਜਿਸਨੂੰ ਲਾਏ ਲਏ ਸੋ ਸੇਵਕ। ਜਿਸ ਤੇ ਬਖਸ਼ਿਸ਼ ਕਰ ਦਿੰਦਾ ਹੈ, ਕਿਰਪਾ ਕਰ ਦਿੰਦਾ ਹੈ, ਉਹ ਫਿਰ ਮਾਲਕ ਦੇ ਦਰ ਦਾ ਸੇਵਕ ਬਣ ਜਾਂਦਾ ਹੈ। ਉਹ ਤੇ ਆਖਦਾ ਹੈ, ਸੇਵਕ ਸੇਵ ਕਰਹਿ ਸਭ ਤੇਰੀ, ਜਿਨ ਸ਼ਬਦੈ ਸਾਧ ਆਇਆ। ਮੇਰੇ ਮਾਲਕ ਜੀ, ਜਿਨ੍ਹਾਂ ਨੂੰ ਤੇਰੀ ਬਾਣੀ ਦਾ ਰਸ ਆਇਆ ਹੈ, ਬਾਣੀ ਦਾ ਸਵਾਦ ਆਇਆ ਹੈ, ਉਹ ਤੇਰੇ ਮਾਲਕ ਤੇਰੇ ਦਰ ਦੇ ਸੇਵਕ ਬਣ ਕੇ ਅਥਾਹ ਸੇਵਾ ਕਰਦੇ ਨੇ। ਉਹ ਤੇ ਆਖਦੇ ਨੇ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਉਹ ਤੇ ਆਖਦੇ ਨੇ, ਹਸਤੀ ਸਿਰ ਜੋ ਅੰਕਸ ਹੈ, ਅਹਰਨ ਜੋ ਸਿਰ ਦੇ, ਮੰਤਨ ਆਗੈ ਰਾਖ ਕੈ ਉਬੀ ਸੇਵ ਕਰੇ। ਇਉਂ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸ੍ਰਿਸ਼ਟ ਕਾਲੇ। ਐਸੀ ਮਹਾਨ ਉਹਨਾਂ ਤੇ ਬਖਸ਼ਿਸ਼ ਹੋ ਜਾਂਦੀ ਹੈ। ਜਿਸਨੂੰ ਲਾਏ ਲਏ ਸੋ ਸੇਵਕ, ਜਿਨ੍ਹਾਂ ਤੇ ਬਖਸ਼ਿਸ਼ ਕਰਕੇ ਆਪਣੇ ਦਰ ਦੇ ਨਾਲ ਜੋੜ ਦਿੰਦਾ ਹੈ, ਸੇਵਾ ਦੇ ਨਾਲ ਜੋੜ ਦਿੰਦਾ ਹੈ, ਫਿਰ ਉਹ ਗੁਰੂ ਕਾ ਪਿਆਰਾ ਗੁਰੂ ਨਾਨਕ ਦੇ ਘਰ ਦਾ ਸੇਵਕ ਬਣ ਕੇ ਬੇਅੰਤ ਸੇਵਾ ਕਰਦਾ ਹੈ। ਜੈਸ ਵੱਡ ਭਾਗ ਮਥਾਏਣਾ। ਮਹਾਰਾਜ ਸਾਹਿਬ ਕਹਿੰਦੇ, ਸੇਵਾ ਦੇ ਅੰਦਰ ਉਹ ਜੁੜਦੇ ਨੇ
ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਨੇ, ਜਿਨ੍ਹਾਂ ਦੇ ਮਸਤਕ ਦੇ ਉੱਪਰ ਇਹ ਪਰਮਾਤਮਾ ਨੇ ਲਿਖਿਆ ਹੈ। ਫਿਰ ਉਹ ਗੁਰੂ ਕੇ ਪਿਆਰੇ ਸਮਾਤਲੋਕ ਦੀ ਧਰਤੀ ਤੇ ਆਣ ਕੇ ਗੁਰੂ ਨਾਨਕ ਦੇ ਦਰ ਦੀ ਬੇਅੰਤ ਸੇਵਾ ਕਰਦੇ ਨੇ, ਬੇਅੰਤ ਤੋਂ ਬਾਣੀ ਪੜ੍ਹਦੇ ਨੇ। ਮਹਾਨ ਸਿੱਖ ਨੇ ਭਾਈ ਗੁੱਜਰ ਵਰਗੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਅੰਦਰ ਆਉਂਦੇ ਨੇ। ਉੱਥੇ ਫਿਰ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਗੁੱਜਰ ਨਾਮ ਜਹਾਤ ਲਾਹੌਰ, ਚਲ ਆਇਓ ਗੁਰ ਕੇ ਦਰਬਾਰ, ਬੰਦਨ ਕਰ ਬੈਠਿਓ ਗੁਰ ਪਾਸ, ਦਰਸ਼ਨ ਦੇਖ ਕਰੀ ਅਰਦਾਸ, ਜਿਨ ਸਗਰੇ ਹਮ ਠਨ ਹੈ ਕਾਰ, ਫਸੇ ਗ੍ਰਿਸਤ ਪਾਏ ਨਾ ਅਵਕਾਸ਼, ਹਮਰਾ ਪੀ ਕਿਮ ਹੋਏ ਕਲਿਆਣਾ, ਜਨਮ ਮਰਨ ਦਾ ਬੰਧਨ ਹਾਨਾ। ਇਹ ਭਾਈ ਗੁੱਜਰ ਲਾਹੌਰ ਦੀ ਧਰਤੀ ਤੇ ਰਹਿੰਦਾ ਹੈ। ਗੁੱਜਰ ਨਾਮ ਹੈ, ਲੋਹਾਰ ਇਹਦੀ ਜਾਤੀ ਹੈ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਅੰਦਰ ਆਉਂਦਾ ਹੈ, ਮੱਥਾ ਟੇਕਦਾ ਹੈ, ਦਰਸ਼ਨ ਕਰਦਾ ਹੈ। ਫਿਰ ਇਹ ਬੇਨਤੀ ਕਰਦਾ ਹੈ, ਮਹਾਰਾਜ ਫਸੇ ਗ੍ਰਿਸਤ ਪਾਏ ਨਾ ਅਵਕਾਸ਼, ਗ੍ਰਿਸਤ ਧਰਮ ਦੇ ਅੰਦਰ ਫਸੇ ਹੋਏ ਹਾਂ, ਸਾਡੇ ਪਾਸ ਸਮਾਂ ਨਹੀਂ ਮਿਲਦਾ, ਸੇਵਾ ਕਰਹਿ ਰਹਿ ਤੁਮ ਪਾਸ, ਅਸੀਂ ਤੁਹਾਡੇ ਚਰਨਾਂ ਦੀ ਸੇਵਾ ਕਰੀਏ, ਤੁਹਾਡੇ ਕੋਲ ਰਹੀਏ, ਐਸੀ ਕਿਰਪਾ ਕਰ ਦਿਓ। ਫਿਰ ਮਹਾਰਾਜ ਜੀ ਦੇ ਬਚਨ ਹਨ, ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗਤ ਪਾਈ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਕਿਰਪਾ ਦੇ ਘਰ ਵਿੱਚ ਆਏ ਨੇ ਤੇ ਕੀ ਬਖਸ਼ਿਸ਼ ਕੀਤੀ ਹੈ। ਭਾਈ ਗੁੱਜਰ ਜਪਜੀ ਸਾਹਿਬ ਦਾ ਪਾਠ ਕਰਿਆ ਕਰ, ਜੇਤਕ ਬਾਰ ਪਠਿਓ ਨਿਤ ਜਾਏ, ਪਠਤ ਰਹੋ ਦੀਰਘ ਫਲ ਪਾਏ। ਦਿਹਾੜੀ ਦੇ ਅੰਦਰ ਜਿੰਨੀ ਵਾਰ ਵੀ ਜਪਜੀ ਸਾਹਿਬ ਦਾ ਪਾਠ ਕੀਤਾ ਜਾਵੇ ਕਰਿਆ ਕਰ। ਜਪਜੀ ਅਰਥ ਵਿਚਾਰਨ ਕਰੋ, ਜਪਜੀ ਸਾਹਿਬ ਦੇ ਅਰਥਾਂ ਦੀ ਵਿਚਾਰ ਕਰਿਓ। ਸਵਾਸ ਸਵਾਸ ਅੰਤਰ ਨਿਤ ਰਹੋ, ਸਵਾਸਾਂ ਦੇ ਅੰਦਰ ਜਪਜੀ ਸਾਹਿਬ ਦੇ ਪਾਠ ਨੂੰ ਵਸਾਉਣਾ ਕਰ। ਭਿਖੋ ਗਰੀਬ ਕਾਜ ਕਰ ਦੀਜੈ, ਨਹਿ ਤਿਸ ਨਿਕਟ ਮਜ਼ਦੂਰੀ ਲੀਜੈ। ਜੇ ਤੇਰੇ ਪਾਸ ਕੋਈ ਗਰੀਬ ਸਿੱਖ ਆਵੇ, ਗਰੀਬ ਆਵੇ, ਉਹਦਾ ਕੰਮ ਕਰਨਾ ਹੈ, ਉਹਦੇ ਪਾਸੋਂ ਕੋਈ ਮਾਇਆ ਨਹੀਂ ਲੈਣੀ। ਘਰ ਵਿੱਚ ਆਏ ਗਏ ਸਾਧੂਆਂ ਦੀ, ਮਹਾਤਮਾ ਦੀ ਸੇਵਾ ਕਰਨੀ ਹੈ। ਭਾਈ ਗੁੱਜਰ ਉਪਦੇਸ਼ ਲੈ ਕੇ ਆਪਣੇ ਘਰ ਵਿੱਚ ਜਾਂਦਾ ਹੈ, ਜਪਜੀ ਸਾਹਿਬ ਦਾ ਪਾਠ ਕਰਦਾ ਹੈ, ਬੇਅੰਤ ਗੁਰੂ ਕੇ ਸਿੱਖਾਂ ਦੀ ਸੇਵਾ ਕਰਦਾ ਹੈ। ਐਸੀ ਮਹਾਨ ਬਖਸ਼ਿਸ਼ ਹੋਈ ਹੈ ਕਿ ਭਾਈ ਗੁੱਜਰ ਨੂੰ ਬ੍ਰਹਮ ਗਿਆਨ ਹੋ ਗਿਆ ਹੈ। ਇਹ ਕਿੱਥੋਂ ਮਿਲਿਆ ਹੈ? ਜਿਸ ਨੂੰ ਲਾਏ ਲਏ ਸੋ ਸੇਵਕ, ਜਿਸ ਵਟ ਭਾਗ ਮੱਥਾਏ ਨਾ। ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਨੇ, ਸ੍ਰੇਸ਼ਟ ਨੇ, ਉਹ ਗੁਰੂ ਕੇ ਸੇਵਕ ਬਣ ਕੇ ਗੁਰੂ ਨਾਨਕ ਦੇ ਦਰ ਦੀ ਸੇਵਾ ਕਰਦੇ ਹਨ, ਗੁਰੂ ਦੀ ਸੇਵਾ ਕਰਦੇ ਹਨ। ਗੁਰ ਕੀ ਮਹਿਮਾ ਵੇਦ ਨਾ ਜਾਣਹਿ। ਗੁਰੂ ਦੀ ਜਿਹੜੀ ਵਡਿਆਈ ਹੈ ਉਹ ਬੇਅੰਤ ਹੈ। ਗੁਰੂ ਦੀ ਵਡਿਆਈ ਨੂੰ ਜਿਹੜੇ 4 ਵੇਦ ਨੇ ਨਾ, ਉਹ ਵੀ ਨਹੀਂ ਜਾਣਦੇ ਹਨ। ਤੁਛ ਮਾਤ ਸੋਣ ਸੋਣ ਬਖਾਣ ਹੈ। ਉਹ 4 ਵੇਦਾਂ ਨੂੰ ਪੜ੍ਹ ਕੇ ਤੁਛ ਮਾਤ, ਮਾਤ ਤੋਂ ਭਾਵ ਹੈ ਬੁੱਧੀ, ਤੁਛ ਤੋਂ ਭਾਵ ਹੈ ਥੋੜਾ ਜਿਹਾ। ਵੇਦਾਂ ਦੇ ਵਿੱਚੋਂ ਪੜ੍ਹ ਕੇ ਸੁਣ ਸੁਣ ਵਖਾਣ ਹੈ। ਲੋਕਾਂ ਦੇ ਪਾਸੋਂ ਸੁਣ ਕੇ, ਮਹਾਤਮਾਵਾਂ ਦੇ ਪਾਸੋਂ ਸੁਣ ਕੇ ਵਖਾਣ ਹੈ। ਤੁਛ ਪਰਮਾਤਮਾ ਦੀ ਜਿਹੜੀ ਸਿਫਤ ਹੈ ਉਹ ਕਥਨ ਕਰਦੇ ਹਨ।
ਪਾਰ ਬ੍ਰਹਮ ਅਪਰੰਪਰ ਸਤਿਗੁਰ। ਪਰ ਜਿਹੜੇ ਗੁਰੂ ਜੀ ਨੇ ਉਹ ਪਾਰਾਵਾਰ ਤੋਂ ਰਹਿਤ ਨੇ, ਸਾਰਿਆਂ ਤੋਂ ਵੱਡੇ ਹਨ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਉਹ ਸਭ ਤੋਂ ਉੱਚੇ ਅਤੇ ਸਭ ਤੋਂ ਵੱਡੇ ਹਨ। ਜਿਸ ਸਿਮਰਤ ਮਨ ਸੀਤ ਲਾਏਣਾ। ਜਿਸ ਮਾਲਕ ਦਾ ਸਿਮਰਨ ਕਰਨ ਕਰਕੇ, ਨਾਮ ਦਾ ਅਭਿਆਸ ਕਰਕੇ ਮਨ ਸੀਤ ਲਾਏ ਨਾ, ਇਹ ਮਨ ਜਿਹੜਾ ਹੈ ਸ਼ਾਂਤ ਹੋ ਜਾਂਦਾ ਹੈ। ਤਬਤ ਮਾਹੇ ਠੰਡ ਵਰਤਾਈ, ਅੰਧ ਪਿਆ ਦੁਖ ਨਾਠੇ ਪਾਈ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਫਿਰ ਉਹ ਗੁਰੂ ਕੇ ਸਿੱਖ ਆਪਣੇ ਮਾਲਕ ਦੇ ਦੀਦਾਰ ਬਾਣੀ ਨੂੰ ਕੰਨਾਂ ਰਾਹੀਂ ਸੁਣਦੇ ਨੇ, ਜੀਭਾ ਦੇ ਨਾਲ ਜਪਦੇ ਨੇ, ਹਿਰਦੇ ਅੰਦਰ ਵਸਾਉਂਦੇ ਨੇ। ਤੇ ਮਹਾਰਾਜ ਕਹਿੰਦੇ ਜਿਸ ਸਿਮਰਤ ਮਨ ਸੀਤ ਲਾਏ ਨਾ, ਜਿਸ ਵਾਹਿਗੁਰੂ ਦੇ ਸਿਮਰਨ ਕਰਨ ਕਰਕੇ ਉਹਨਾਂ ਦਾ ਮਨ ਜਿਹੜਾ ਹੈ ਸ਼ਾਂਤ ਹੋ ਜਾਂਦਾ ਹੈ, ਠੰਡਾ ਹੋ ਜਾਂਦਾ ਹੈ। ਜਾ ਕੇ ਸੋਏ ਸੁਣੀ ਮਨ ਜੀਵੈ। ਸਾਡਾ ਮਨ ਖੁਸ਼ ਰਹਿੰਦਾ, ਨਾਮ ਵਸਦਾ ਹੈ, ਵਾਹਿਗੁਰੂ ਮੰਤਰ ਵਸਦਾ ਹੈ ਤਾਂ ਠੰਡਾ ਥੀਵੈ। ਉਹ ਕਹਿੰਦੇ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ। ਮਹਾਰਾਜ ਸਾਹਿਬ ਜੀਆਂ ਦੀ ਬਾਣੀ ਐਸੀ ਹੈ ਜਿਸ ਬਾਣੀ ਨੂੰ ਸੁਣ ਕਰਕੇ ਕਠੋਰ ਹਿਰਦੇ ਜਿਹੜੇ ਨੇ ਉਹ ਵੀ ਟਲ ਜਾਂਦੇ ਹਨ। ਐਸੀ ਬਾਣੀ ਦੇ ਅੰਦਰ ਤਾਕਤ ਹੈ। ਗਾਵ ਤੇ ਉਧਰ ਰਹੇ, ਸੁਣ ਤੇ ਉਧਰ ਰਹੇ, ਬਿਨਸੇ ਪਾਪ ਕਨੇਰੇ। ਪਸ਼ੂ ਪ੍ਰੇਤ ਮੁਗਧ ਕੋ ਉਤਾਰੈ, ਪਾਹਨ ਪਾਰ ਉਤਾਰੈ। ਹਿਰਦੈ ਵਸੈ ਤਾਂ ਠੰਡਾ ਥੀਵੈ। ਜਦੋਂ ਇਸ ਹਿਰਦੇ ਦੇ ਅੰਦਰ ਬਾਣੀ ਵਸ ਜਾਂਦੀ ਹੈ, ਗੁਰੂ ਦਾ ਉਪਦੇਸ਼ ਵਸ ਜਾਂਦਾ ਹੈ, ਤੇ ਇਹ ਹਿਰਦਾ ਬੜਾ ਠੰਡਾ ਹੋ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ। ਗੁਰ ਮੁਖੋ ਅਲਾਏ ਤਾ ਸੋਭਾ ਪਾਏ। ਪਰ ਜਦੋਂ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ, ਗੁਰੂ ਦੀ ਬਖਸ਼ਿਸ਼ ਦੇ ਨਾਲ ਇਹ ਆਪਣੇ ਮੁਖ ਤੋਂ ਬਾਣੀ ਨੂੰ ਅਲਾਏ ਉਚਾਰਦਾ ਹੈ ਤਾਂ ਸੋਭਾ ਪਾਏ। ਫਿਰ ਮਹਾਰਾਜ ਕਹਿੰਦੇ ਇਸ ਲੋਕ ਦੇ ਅੰਦਰ ਵੀ ਬੰਦਗੀ ਵਾਲੇ ਦੀ ਸੋਭਾ ਹੁੰਦੀ ਹੈ, ਤੇ ਅੱਗੇ ਪਰਲੋਕ ਦੇ ਅੰਦਰ ਵੀ ਬੰਦਗੀ ਵਾਲੇ ਦੀ ਸੋਭਾ ਹੁੰਦੀ ਹੈ। ਰੇ ਰੇ ਦਰਗਹਿ ਕਹਿ ਨਾ ਕੋ, ਆਓ ਬੈਠ ਆਦਰ ਸੁਭ ਦੇਉ। ਇੱਥੇ ਵੀ ਉਹਨਾਂ ਦਾ ਸਤਿਕਾਲੇ ਨੇ। ਜਮ ਕੈ ਪੰਥ ਨਾ ਪਾਏ ਨਾ। ਜਮ ਨਾਮ ਜਮਦੂਤਾਂ ਦਾ, ਪੰਥ ਨਾਮ ਮਾਰਗ ਦਾ। ਐਸੇ ਗੁਰੂ ਕੇ ਸਿੱਖ ਕਦੀ ਵੀ ਜਮਾਂ ਦੇ ਮਾਰਗ ਤੇ ਨਹੀਂ ਚੱਲਦੇ ਹਨ। ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸਰਣੀ ਪਾਇਆ। ਉਹ ਕਹਿੰਦੇ ਸੀ ਮਾਲਕ ਦੇ ਚਰਨਾਂ ਦੀ ਸ਼ਰਨ ਲਈ ਹੈ, ਜਿਸ ਕਰਕੇ ਜਮ ਕੰਕਰ ਨਾਮ ਹੈ ਜਮਦੂਤਾਂ ਦਾ। ਜਮਦੂਤ ਸਾਡੇ ਨੇੜੇ ਹੀ ਨਹੀਂ ਆਏ। ਸੰਤਨ ਕੀ ਸਰਨਾਈ ਪੜਿਆ। ਜਿਹੜੇ ਬੰਦਗੀ ਵਾਲੇ ਮਹਾਤਮਾ ਨੇ ਉਹਨਾਂ ਦੇ ਚਰਨਾਂ ਦੀ ਸ਼ਰਨ ਅੰਦਰ ਅਸੀਂ ਪਏ ਹਾਂ। ਉਹ ਮਹਾਤਮਾ ਐਸੇ ਨੇ, ਟਹਿਲ ਮਹਿਲ ਤਾਕੂ ਮਿਲੈ, ਜਾਕੂ ਸਾਧ ਕਿਰਪਾਲ। ਟਹਿਲ ਸੰਤਨ ਕੀ ਸੰਗ ਸਾਧੂ ਕਾ, ਹਰ ਨਾਮਾ ਜਪ ਪਰਮ ਕਤੇ। ਐਸੇ ਮਹਾਂਪੁਰਖਾਂ ਦੀ ਸੰਗਤ ਅੰਦਰ ਅਸੀਂ ਜਾਂਦੇ ਹਾਂ, ਜਿਸ ਸੰਗਤ ਦੇ ਅੰਦਰ ਨਾਮ ਦਾ ਰੰਗ ਚੜ੍ਹਦਾ ਹੈ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਗਰੀਬ ਨਵਾਜ ਕਹਿੰਦੇ ਪ੍ਰਭੂ ਦੇ ਘਰ ਦੇ ਵਿਚੋਲੇ ਨੇ ਮਹਾਤਮਾ, ਬੰਦਗੀ ਕਰਨ ਵਾਲੇ ਤਤ ਬੇਤੇ, ਤੇ ਬਖਸ਼ਿਸ਼ ਕਰਦੇ ਹਨ। ਸੰਤਨ ਕੀ ਸਰਨਾਈ ਪੜਿਆ। ਜਿਹੜੇ ਜੀ ਮਹਾਂਪੁਰਖਾਂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦੇ ਹਨ। ਜੀਉ ਪ੍ਰਾਣ ਧਨ ਆਗੈ ਧਰਿਆ। ਉਹਨਾਂ ਨੇ ਮਹਾਂਪੁਰਖਾਂ ਦੇ ਅੱਗੇ ਆਪਣੇ ਸਵਾਸ ਵੀ ਅਰਪਣ ਕਰ ਦਿੰਦੇ ਨੇ, ਧਨ ਵੀ ਅਰਪਣ ਕਰ ਦਿੰਦੇ ਨੇ। ਉਹ ਤੇ ਆਖਦੇ ਨੇ ਸਭ ਕੁਝ ਹੀ ਮਹਾਂਪੁਰਖਾਂ ਦਾ ਹੈ। ਸਭ ਕੁਝ ਅਰਪਣ ਕਰਕੇ ਬੇਅੰਤ ਉਹਨਾਂ ਗੁਰਸਿੱਖਾਂ ਦੀ, ਮਹਾਤਮਾਵਾਂ ਦੀ ਉਹ ਸੇਵਾ ਕਰਦੇ ਹਨ। ਸੇਵਾ ਸੁਰਤ ਨਾ ਜਾਣਾ ਕਾਈ। ਐਸੀ ਬਖਸ਼ਿਸ਼ ਹੋ ਜਾਂਦੀ ਹੈ, ਸੋ ਪਲਸ ਰਤ, ਸ੍ਰੇਸ਼ਟ ਪ੍ਰੀਤੀ ਪੈ ਜਾਂਦੀ ਹੈ। ਨਾ ਜਾਣਾ ਕਾਈ,
ਉਹ ਸੇਵਾ ਤੋਂ ਬਿਨਾਂ ਕੁਝ ਜਾਣਦੇ ਹੀ ਨਹੀਂ ਹਨ। ਤੁਮ ਕਰਹੁ ਦਇਆ ਕਿਰਮਾਇਣਾ। ਤੇ ਉਹਨਾਂ ਦੀ ਇੱਕ ਅਰਦਾਸ ਹੈ, ਮਹਾਰਾਜ ਨਾ ਤੇ ਸਾਨੂੰ ਤੁਹਾਡੀ ਸੇਵਾ ਦੇ ਬਾਰੇ ਕੁਝ ਪਤਾ ਹੈ, ਨਾ ਆਪ ਜੀ ਦੀ ਵਡਿਆਈ ਦੇ ਬਾਰੇ ਪਤਾ ਹੈ। ਕਰਹੁ ਦਇਆ ਕਿਰਮਾਇਣਾ। ਮੈਂ ਤੇ ਇੱਕ ਨਿੱਕਾ ਜਿਹਾ ਕੀੜਾ ਹਾਂ, ਆਪ ਜੀ ਮੇਰੇ ਤੇ ਬਖਸ਼ਿਸ਼ ਕਰੋ, ਮੇਰੇ ਤੇ ਕਿਰਪਾ ਕਰੋ, ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰ ਦਿਓ, ਮਹਾਂਪੁਰਖਾਂ ਦੀ ਸੇਵਾ ਦੀ ਦਾਤ ਬਖਸ਼ਿਸ਼ ਕਰ ਦਿਓ, ਗੁਰਸਿੱਖਾਂ ਦੀ ਸੇਵਾ ਦੀ ਦਾਤ ਬਖਸ਼ਿਸ਼ ਕਰ ਦਿਓ। ਨਿਰਗੁਣ ਕੋ ਸੰਗ ਲਿਹੋ ਰਲਾਏ। ਮਹਾਰਾਜ ਮੇਰੇ ਅੰਦਰ ਤੇ ਕੋਈ ਗੁਣ ਵੀ ਨਹੀਂ, ਐਸੀ ਉਹਨਾਂ ਗੁਰਸਿੱਖਾਂ ਦੇ ਅੰਦਰ ਨਿਮਰਤਾ ਹੈ। ਬੇਅੰਤ ਗੁਰੂ ਕੀ ਸੇਵਾ ਕਰਦੇ ਨੇ ਤਾਂ ਵੀ ਆਖਦੇ ਨੇ ਨਿਰਗੁਣ ਕਉ। ਮਹਾਰਾਜ ਮੇਰੇ ਅੰਦਰ ਕੋਈ ਗੁਣ ਨਹੀਂ, ਮੈਂ ਗੁਣਾ ਤੋਂ ਰਹਿਤ ਹਾਂ। ਸੰਗ ਲਿਹੋ ਲਲਾਏ। ਆਪ ਜੀ ਕਿਰਪਾ ਕਰਕੇ ਮੈਨੂੰ ਆਪਣੀ ਸੰਗਤ ਦੇ ਅੰਦਰ ਮੇਲ ਲੈਣਾ ਕਰੋ। ਕਰ ਕਿਰਪਾ ਮੋਹਿ ਟਹਿਲੈ ਲਾਏ। ਆਪ ਜੀ ਮੇਰੇ ਤੇ ਬਖਸ਼ਿਸ਼ ਕਰੋ, ਮੇਰੇ ਤੇ ਐਸੀ ਹਾਲਾਤ ਹੈ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਅਸੀਂ ਖਤੇ ਬਹੁਤ ਕਮਾਵਦੇ, ਅੰਤ ਨਾ ਪਾਰਾਵਾਰ, ਕਿਰਪਾ ਕਰਕੇ ਬਖਸ਼ ਲੈਹੋ, ਹਉ ਪਾਪੀ ਵਡ ਗੁਣ ਹੈਂਗਾਰ। ਕਿਰਪਾ ਮੁਹਿ ਟਹਿਲੈ ਲਾਏ। ਆਪ ਜੀ ਕਿਰਪਾ ਕਰਕੇ ਮੈਨੂੰ ਆਪਣੀ ਸੇਵਾ ਦੇ ਅੰਦਰ, ਮਹਾਂਪੁਰਖਾਂ ਦੀ ਸੇਵਾ ਦੇ ਅੰਦਰ, ਗੁਰਸਿੱਖਾਂ ਦੀ ਸੇਵਾ ਦੇ ਅੰਦਰ ਲਾ ਲੈਣਾ ਕਰੋ। ਸਭ ਤੋਂ ਵੱਡੀ ਸੇਵਾ ਹੈ ਖਾਲਸੇ ਦੀ। ਕਲਗੀਧਰ ਮਹਾਰਾਜ ਜੀ ਦੇ ਬਚਨ ਹਨ, ਸੇਵ ਕਰੀ ਇਨਹੀ ਕੀ ਪਾਵਤ, ਔਰ ਆਨਕ ਸੇਵ ਨਾ ਸੁਹਾਤ ਹੈ ਜੀ ਕੋ। दान दियो इन्हीं को पलो, और आन को दान न लागत निको। आगे दियो इन्हीं को फलै, जग में और दियो सफी को। किरपा मुझ टहले लाए। आप जी कृपा करके मैनू अपनी सेवा दे अंदर ला लेना करो। पखा फिरो पीसो संत आगे। ਜਿਹੜੇ ਆਪ ਜੀ ਦੇ ਮਹਾਤਮਾ ਨੇ, ਬੰਦਗੀ ਕਰਨ ਵਾਲੇ ਸੰਤ ਜਨ ਨੇ, ਪੱਖਾ ਫੇਰੋ, ਮੈਂ ਉਹਨਾਂ ਨੂੰ ਪੱਖਾ ਚੱਲਾਂਗਾ। ਪੀਸੋ, ਚੱਕੀ ਦੇ ਅੰਦਰ ਦਾਣੇ ਪਾ ਕੇ ਮੈਂ ਆਟਾ ਤਿਆਰ ਕਰਾਂਗਾ। ਇਸੇ ਤਰ੍ਹਾਂ ਪੱਖਾ ਫੇਰੋ, ਜਿੱਥੇ ਆਪ ਜੀ ਦੀ ਸੰਗਤ ਬੈਠਦੀ ਹੈ, ਮੈਂ ਉਸ ਸੰਗਤ ਨੂੰ ਪੱਖਾ ਚੱਲਾਂਗਾ। ਪੀਸੋ, ਤੇ ਉਹਨਾਂ ਗੁਰੂ ਕੀ ਸੰਗਤਾਂ ਦੇ ਵਾਸਤੇ ਚੱਕੀ ਦੇ ਅੰਦਰ ਦਾਣੇ ਪਾ ਕੇ ਆਟਾ ਤਿਆਰ ਕਰਾਂਗਾ। ਚਰਨ ਧੋਏ ਸੁਖ ਪਾਏ ਨਾ। ਮੈਂ ਉਹਨਾਂ ਮਹਾਤਮਾ ਦੇ ਸੰਤਾਂ ਦੇ ਚਰਨਾਂ ਨੂੰ ਧੋਵਾਂਗਾ, ਮੈਨੂੰ ਸੁਖ ਦੀ ਦਾਤ ਮਿਲੇਗੀ। ਇਸੇ ਤਰ੍ਹਾਂ ਮੈਂ ਗੁਰੂ ਕੀ ਸੰਗਤ ਦੇ ਚਰਨਾਂ ਨੂੰ ਧੋਵਾਂਗਾ, ਮੈਨੂੰ ਸੁਖ ਪਾਏ ਨਾ ਸੁਖ ਦੀ ਦਾਤ ਮਿਲ ਜਾਵੇਗੀ। ਬਹੁਤ ਦੁਆਰੇ ਭ੍ਰਮ ਆਇਆ। ਗੁਰੂ ਕੇ ਸਿੱਖ ਦੀ ਕੀ ਅਰਦਾਸ ਹੈ, ਮਹਾਰਾਜ ਤੇਰੇ ਦਰ ਤੋਂ ਬਿਨਾ ਮੈਂ ਬੜਾ ਭਟਕਿਆ। ਉਹਦੇ ਅੰਦਰ ਵੀ ਮੇਰੀ ਗਲਤੀ ਹੈ। ਮੈਂ ਆਪਣੇ ਕੀਤੇ ਹੋਏ ਕਰਮਾਂ ਕਰਕੇ ਆਪ ਜੀ ਤੋਂ ਵਿਛੜਿਆ ਰਿਹਾ। ਫਿਰ ਮਹਾਰਾਜ ਸਾਹਿਬ ਜੀ ਦੇ ਬਚਨ ਹਨ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲਹੁ ਰਾਮ। ਚਾਰ ਕੁੰਟ ਦਹਿ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸ਼ਾਮ। ਤੇਨ ਦੁਧੈ ਤੇ ਬਾਹਰੀ, ਕਿਤੈ ਨ ਆਵੈ ਕਾਮ। ਜਲ ਬਿਨ ਸਾਖ ਕੁਮਲਾਵਤੀ, ਉਪਜੈ ਨਾਹੀ ਦਾਮ। ਹਰ ਨਾਹ ਨ ਮਿਲੀਐ ਸਾਜਨੈ, ਕਤ ਪਾਈਐ ਵਿਸਰਾਮ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕੁਝ ਉਦਾਹਰਨਾਂ ਵੀ ਦਿੱਤੀਆਂ ਨੇ। ਇਹ ਜੀਵ ਆਪਣੇ ਕੀਤੇ ਹੋਏ ਕਰਮਾਂ ਕਰਕੇ ਪ੍ਰਭੂ ਤੋਂ ਵਿਛੜਿਆ ਹੈ। ਸੰਸਾਰ ਦੀਆਂ ਚਾਰੇ ਕੋਨਾਂ ਦੇ ਅੰਦਰ, ਚਾਰੇ ਦਿਸ਼ਾ ਦੇ ਅੰਦਰ ਦੌੜ ਕੇ ਆ ਜਾਂਦਾ ਹੈ। ਦੂਸਰੀ ਉਦਾਹਰਨ, ਜੇ ਆਸਪਤੀ ਤੇ ਮੀਂਹ ਨਾ ਪਵੇ। ਦੂਸਰੀ ਉਦਾਹਰਨ, ਘਰ ਦੇ ਅੰਦਰ ਇੱਕ ਗਾਂ ਹੈ, ਜੇ ਉਹ ਦੁੱਧ ਨਹੀਂ ਦਿੰਦੀ, ਜੇ ਜੀਵ ਨੂੰ ਪਤੀ ਪਰਮਾਤਮਾ ਹੀ ਨਹੀਂ ਮਿਲਿਆ,
ਇਸ ਨੂੰ ਟਿਕਾ ਕਿਵੇਂ ਮਿਲੇਗਾ, ਸ਼ਾਂਤੀ ਕਿਵੇਂ ਮਿਲੇਗੀ। ਤੇ ਮਹਾਰਾਜ ਕਹਿੰਦੇ ਬਹੁਤ ਦੁਆਰੇ ਭ੍ਰਮ ਭ੍ਰਮ ਆਇਆ। ਗਰੀਬ ਨਿਵਾਜ, ਮੈਂ ਬੜਾ ਦਰਾਂ ਤੇ ਗਿਆ, ਭਟਕਦਾ ਭਟਕਦਾ ਹੁਣ ਮੈਂ ਆਪ ਜੀ ਦੇ ਪਾਸ ਆਇਆ ਹਾਂ। ਆਪ ਜੀ ਮੇਰੇ ਤੇ ਬਖਸ਼ਿਸ਼ ਕਰ ਦਿਓ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਅਵਰ ਨ ਸੂਝੈ ਦੂਜੀ ਠਾਹਰ, ਹਾਰ ਪਰਿਉ ਤੋ ਦੁਆਰੀ। ਲੇਖੈ ਛੋੜ ਅਲੇਖੈ ਛੁਟਹਿ, ਹਮ ਨਿਰਗੁਣ ਲੇਹੋ ਉਬਾਰੀ। ਆਪ ਜੀ ਕਿਰਪਾ ਕਰ ਦਿਓ, ਸਦ ਬਖਸ਼ਿੰਦ ਸਦਾ ਮਿਹਰਵਾਨਾ। ਆਪ ਜੀ ਹਮੇਸ਼ਾ ਮਿਹਰ ਦੇ ਘਰ ਹੋ, ਬਖਸ਼ਿਸ਼ਾਂ ਕਰਨ ਵਾਲੇ ਹੋ। ਆਪ ਜੀ ਕਿਰਪਾ ਕਰ ਦਿਓ, ਮੈਂ ਬਹੁਤ ਜਨਮਾਂ ਦੇ ਅੰਦਰ ਭਟਕਦਾ ਭਟਕਦਾ ਆਪ ਜੀ ਦੇ ਪਾਸ ਆਇਆ ਹਾਂ। ਤੁਮ ਨਾਇਆ ਆਪ ਜੀ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਆਇਆ ਹਾਂ। ਸਦਾ ਸਦਾ ਸੰਤਹਿ ਸੰਗ ਰਾਖੋ। ਐਸੀ ਮੇਰੇ ਤੇ ਕਿਰਪਾ ਕਰ ਦਿਓ, ਜਿਹੜੇ ਆਪ ਜੀ ਦੇ ਗੁਰਸਿੱਖ ਨੇ, ਬਾਣੀ ਪੜ੍ਹਨ ਵਾਲੇ ਨੇ, ਸੇਵਾ ਕਰਨ ਵਾਲੇ ਨੇ, ਮਹਾਤਮਾ ਨੇ, ਤਤ ਬੇਤੇ ਨੇ, ਸਦਾ ਸਦਾ ਹਮੇਸ਼ਾ ਹਮੇਸ਼ਾ ਸੰਤਹਿ ਸੰਗ ਰਾਖੋ। ਉਹਨਾਂ ਦੇ ਚਰਨਾਂ ਦੇ ਪਾਸ ਮੈਨੂੰ ਰੱਖਣਾ ਕਰੋ, ਮੈਨੂੰ ਉਹਨਾਂ ਦੀ ਸੰਗਤ ਬਖਸ਼ਿਸ਼ ਕਰ ਦਿਓ। ਮਹਾ ਪਵਿੱਤਰ ਸਾਧਕਾ ਸੰਗ, ਜਿਸ ਭੇਟਤ ਲਾਗੈ ਹਰ ਰੰਗ। ਦੁਨੀਆ ਦੇ ਅੰਦਰ ਸਭ ਤੋਂ ਪਵਿੱਤਰ ਹੈ ਸਾਧੂ ਦੀ ਸੰਗਤ। ਜਿਸ ਸਾਧੂ ਦੀ ਸੰਗਤ ਵਿੱਚੋਂ ਨਾਮ ਦਾ ਰੰਗ ਜਿਹੜਾ ਹੈ ਲੱਗ ਜਾਂਦਾ ਹੈ, ਪਰ ਐਸਾ ਨਾਮ ਦਾ ਰੰਗ ਚੜ੍ਹਦਾ ਹੈ, ਮੈਲਾ ਕਦੇ ਨਾ ਹੋਵਈ ਨਹਿ ਲਾਗੈ ਦਾਗਾ। ਇਹ ਨਾਮ ਦਾ ਰੰਗ ਐਸਾ ਹੈ, ਕਦੀ ਮੈਲਾ ਨਹੀਂ ਹੁੰਦਾ, ਕਦੀ ਫਿੱਕਾ ਨਹੀਂ ਪੈਂਦਾ। ਇਹ ਤੇ ਐਸਾ ਨਾਮ ਦਾ ਰੰਗ ਹੈ, ਨਿਤ ਨਿਤ ਚੜ੍ਹੈ ਸਵਾਇਆ। ਇਹ ਨਾਮ ਦਾ ਰੰਗ ਫਿਰ ਵੱਧ ਤੋਂ ਵੱਧ ਚੜ੍ਹਦਾ ਜਾਂਦਾ ਹੈ। ਐਸੀ ਮੇਰੇ ਤੇ ਕਿਰਪਾ ਕਰ ਦਿਓ, ਮੈਨੂੰ ਆਪਣੇ ਗੁਰਸਿੱਖਾਂ ਦੀ, ਮਹਾਤਮਾ ਦੀ ਸੇਵਾ ਦੇ ਅੰਦਰ ਰਹਿਣ ਦਿਓ। ਇਹੋ ਨਾਮ ਦਾਨ ਦੇਵਾਇਣਾ। ਮਹਾਰਾਜ, ਮੈਂ ਆਪ ਜੀ ਦੇ ਪਾਸੋਂ ਕੋਈ ਦੁਨੀਆ ਦੇ ਸੁੱਖ ਨਹੀਂ ਮੰਗਦਾ, ਦੁਨੀਆ ਦਾ ਰਾਜ ਭਾਗ ਨਹੀਂ ਮੰਗਦਾ। ਬਸ ਮੇਰੀ ਇੱਕ ਅਰਦਾਸ ਹੈ, ਇਹੋ ਨਾਮ ਦਾਨ ਦੇਵਾਇਣਾ। ਇੱਕ ਤੇ ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦਿਓ, ਇੱਕ ਮੈਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕਰ ਦਿਓ, ਇੱਕ ਮੈਨੂੰ ਆਪਣੀ ਸੰਗਤ ਦੀ ਦਾਤ ਬਖਸ਼ਿਸ਼ ਕਰ ਦਿਓ। ਕਿਉਂਕਿ ਸਾਰੀਆਂ ਬਰਕਤਾਂ ਤੇਰੇ ਨਾਮ ਦੇ ਅੰਦਰ ਹੈ, ਤੇ ਰੱਬ ਦੇ ਪਿਆਰੇ ਕੇਵਲ ਮੰਗਦੇ ਹੀ ਨਾਮ ਨੇ। ਉਹ ਤੇ ਆਖਦੇ ਨੇ, ਮਾਲਕ ਜੀ ਐਸੀ ਕਿਰਪਾ ਕਰ ਦਿਓ, ਅਸੀਂ ਉੱਠਣ ਲੱਗਿਆਂ ਵੀ ਤੈਨੂੰ ਯਾਦ ਕਰੀਏ, ਬਹਿਣ ਲੱਗਿਆਂ ਵੀ ਤੈਨੂੰ ਯਾਦ ਕਰੀਏ। ਮਾਰਗ ਚਲਤ ਹਰੇ ਹਰ ਗਾਈਐ, ਮਾਰਗ ਤੇ ਚਲਦਿਆਂ ਹੋਇਆਂ ਵੀ ਤੇਰੇ ਗੀਤ ਗਾਈਏ। ਕਿਉਂਕਿ ਸਾਨੂੰ ਪਤਾ ਹੈ, ਜਲ ਥਲ ਮਹੀਲ ਸੁਆਮੀ ਸੋਈ, ਅਵਰ ਨਾ ਕਹੀਏ ਦੂਜਾ ਕੋਈ। ਤੂੰ ਪਾਣੀ ਦੇ ਅੰਦਰ ਹੈ, ਧਰਤੀ ਦੇ ਅੰਦਰ ਹੈ, ਤੇਰੇ ਵਰਗਾ ਤੇ ਦੂਸਰਾ ਹੈ ਹੀ ਕੋਈ ਨਹੀਂ। ਤੁਝ ਬਿਨ ਅਵਰ ਨਾ ਕੋਈ ਬੀਆ, ਤੇਰੇ ਤੋਂ ਬਿਨਾ ਤੇ ਦੂਸਰਾ ਕੋਈ ਪੈਦਾ ਹੀ ਨਹੀਂ ਹੋਇਆ। ਇਸ ਕਰਕੇ ਸਾਧ ਸੰਗ ਹਰ ਕੀਰਤਨ ਗਾਈਐ। ਐਸੀ ਮੇਰੇ ਤੇ ਕਿਰਪਾ ਕਰ ਦਿਓ, ਮੈਨੂੰ ਸਾਧੂਆਂ ਦੀ ਸੰਗਤ ਬਖਸ਼ ਦਿਓ, ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦਿਓ, ਮੈਨੂੰ ਨਾਮ ਦੀ ਦਾਤ ਬਖਸ਼ਿਸ਼, ਸੇਵਾ ਦੀ ਦਾਤ ਬਖਸ਼ਿਸ਼ ਕਰ ਦਿਓ। ਭਏ ਕਿਰਪਾਲ ਗੁਸਾਈ ਮੇਰੇ। ਫਿਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਜਿਨ੍ਹਾਂ ਗੁਰਸਿੱਖਾਂ ਦੇ ਉੱਪਰ ਗੁਸਾਈ ਤੋਂ ਭਾਵ ਹੈ ਮਾਲਕ, ਕਿਰਪਾਲ ਨਾਮ ਹੈ ਕਿਰਪਾਲੂ ਦਾ। ਜਿਨ੍ਹਾਂ ਸਿੱਖਾਂ ਦੇ ਉੱਪਰੋਂ ਮਾਲਕ ਜੀ ਮਿਹਰ ਕਰਦੇ ਨੇ, ਕਿਰਪਾ ਕਰਦੇ ਹਨ, ਬਖਸ਼ਿਸ਼ ਕਰਦੇ ਹਨ। ਦਰਸ਼ਨ ਪਾਇਆ ਸਤਿਗੁਰ ਪੂਰੇ। ਫਿਰ ਉਹਨਾਂ ਗੁਰਸਿੱਖਾਂ ਨੂੰ ਪੂਰੇ ਮਾਲਕ ਦੇ ਦਰਸ਼ਨਾਂ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਪੂਰੇ ਗੁਰੂ ਦੇ ਦਰਸ਼ਨਾਂ ਦੇ ਅੰਦਰ ਐਸੀ ਤਾਕਤ ਹੈ ਕਿ ਜੀਵ ਦਾ ਜਨਮ ਅਤੇ ਮਰਨ ਕੱਟਿਆ ਜਾਂਦਾ ਹੈ। ਦਰਸ਼ਨ ਡਿੱਠੇ ਲਹਿਨ ਵਜੋਗਾ ਜੀਓ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ।
ਉਹ ਤੇ ਆਖਦੇ ਨੇ, ਗਰੀਬ ਨਿਵਾਜ ਮੈਂ ਤੁਹਾਡੇ ਸਾਖਿਆਤਕਾਰ ਦਰਸ਼ਨ ਕੀਤੇ, ਮੇਰੇ तमाम ਕੰਮ ਪੂਰਨ ਹੋ ਗਏ। ਆਪ ਜੀ ਦੇ ਦਰਸ਼ਨ ਕੀਤੇ, तमाम ਜਿਹੜੇ ਸੋਗ ਸਨ, ਦੁੱਖ ਸਨ, ਉਹ ਵੀ ਮਿਟ ਗਏ। ਫਿਰ ਆਪ ਜੀ ਦੇ ਦਰਸ਼ਨਾਂ ਦੇ ਅੰਦਰ ਐਸੀ ਤਾਕਤ ਹੈ ਕਿ ਪਾਪੀ ਬੰਦੇ ਦਾ ਵੀ ਉਦਾਰ ਹੋ ਜਾਂਦਾ ਹੈ, ਪਾਪੀ ਮਨੁੱਖ ਦੀ ਵੀ ਕਲਿਆਣ ਹੋ ਜਾਂਦੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਦ੍ਰਿਸ਼ਟੀ ਇੱਕ ਠੱਗ, ਇੱਕ ਚੋਰ ਜਿਸ ਦਾ ਸੰਸਕਾਰ ਹੋ ਰਿਹਾ ਹੈ, ਉਸ ਨੂੰ ਜਮਦੂਤ ਕੁੱਟ ਰਹੇ ਨੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ ਹੈ, ਸੁੰਦਰ ਬੇਬਾਨ ਆ ਗਿਆ ਹੈ, ਬੇਬਾਨ ਦੇ ਅੰਦਰ ਬਿਠਾ ਕੇ ਉਸ ਨੂੰ ਲਿਜਾ ਰਹੇ ਨੇ। ਇਹ ਕਿਰਪਾ ਕਿੱਥੋਂ ਹੋਈ ਹੈ? ਮਾਲਕ ਦੇ ਦਰਸ਼ਨਾਂ ਵਿੱਚੋਂ। ਇੱਕ ਕੋੜੀ ਹੈ, ਨਗਰ ਤੋਂ ਬਾਹਰ ਰਹਿੰਦਾ ਹੈ, ਨਗਰ ਦੇ ਲੋਕ ਉੱਥੇ ਨਹੀਂ ਜਾਂਦੇ। ਅੱਜ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਗਏ ਨੇ ਉੱਥੇ। ਫਿਰ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਉਹ ਕੋੜੀ ਕੀ ਬੇਨਤੀ ਕਰਦਾ ਹੈ, ਨਰ ਖੱਗ ਭੱਗ ਹੈ ਪਿਖ ਨਰ, ਤੁਮ ਆਏ ਹੋ ਮੋ ਪਰ ਕਰੁਣਾ ਕਰ। ਉਹ ਕੋੜੀ ਕਹਿੰਦਾ, ਸੱਚੇ ਪਾਤਸ਼ਾਹ ਮਨੁੱਖਾਂ ਦੀ ਕੀ ਗੱਲ, ਮੇਰੇ ਪਾਸੋਂ ਤੇ ਪੰਛੀ ਵੀ ਭੱਜ ਜਾਂਦੇ ਨੇ। ਜੇ ਅੱਜ ਆਪ ਜੀ ਆਏ ਹੋ, ਮੇਰੇ ਤੇ ਰਹਿਮਤ ਕਰਨ ਵਾਸਤੇ ਆਏ ਹੋ, ਬਖਸ਼ਿਸ਼ ਕਰਨ ਵਾਸਤੇ ਆਏ ਹੋ। ਜਿੰਨਾ ਚਿਰ ਗਰੀਬ ਨਵਾਜ ਜੀ ਦੇ ਦਰਸ਼ਨ ਹੁੰਦੇ ਗਏ, ਕੋੜੀ ਦਾ ਹਿਰਦਾ ਸ਼ਾਂਤ ਹੋ ਗਿਆ। ਸ਼ਾਮ ਦਾ ਸਮਾਂ ਹੋਇਆ, ਮਹਾਰਾਜ ਜੀਆਂ ਦੇ ਦਰਸ਼ਨ ਹੋਣੋਂ ਹਟੇ ਨੇ, ਫਿਰ ਵਿਰਲਾਪ ਕਰਨ ਲੱਗਾ ਹੈ। ਉੱਥੇ ਫਿਰ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ, ਜਿਉ ਤਪਤ ਹੈ ਬਾਰੂ ਤੇ ਆਪ ਜੀ ਦੇ ਆਨੰਦ ਦੀ ਦਾਤ ਦਸਾਏ ਨਾ, ਮੈਨੂੰ ਕਿਰਪਾ ਕਰਕੇ ਦੇ ਦਿਓ, ਕਿਰਪਾ ਕਰਕੇ ਬਖਸ਼ਿਸ਼ ਕਰ ਦਿਓ। ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ। ਕਥਾ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਤੋਂ ਸਮਤ ਬਖਸ਼ਣੀ ਜੀ। ਭਏ ਕਿਰਪਾਲ ਗੁਸਾਈ ਮੇਰੇ, ਦਰਸ਼ਨ ਪਾਇਆ ਸਤਿਗੁਰ ਪੂਰੇ। ਸੂਗ ਸਹਿਜ ਸਦਾ ਆਨੰਦਾ, ਨਾਨਕ ਦਾਸ ਦਸਾਏ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।